ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਰਾਹੁਲ ਕਾਲਾ। ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਫਟਕਾਰ ਪੈਣ ਤੋਂ ਪਹਿਲਾਂ ਹੀ ਇੱਕ ਫੈਸਲਾ ਵਾਪਸ ਲੈਣਾ ਪਿਆ। ਹੁਣ ਤੱਕ ਸਰਕਾਰ ਬਣੀ ਨੂੰ ਜਿੰਨਾ ਸਮਾਂ ਹੋ ਗਿਆ ਤੇ ਕਿੰਨੇ ਫੈਸਲੇ ਵਾਪਸ ਲੈ ਲਏ ਆ ਜਾਂ ਫਿਰ ਜਿਨ੍ਹਾਂ ਦੇ ਉੱਪਰ ਹਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਸਰਕਾਰ ਨੇ, ਉਸ ਬਾਰੇ ਮੈਂ ਅੱਜ ਜ਼ਿਕਰ ਕਰਾਂਗਾ। ਤਾਂ ਸਭ ਤੋਂ ਪਹਿਲਾਂ ਅਸੀਂ ਤਾਜ਼ਾ ਮਾਮਲੇ ਦੀ ਗੱਲ ਕਰਾਂਗੇ। ਤਾਜ਼ਾ ਮਾਮਲਾ ਇਹ ਹੈ ਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ। ਜਿਵੇਂ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਪਟੀਸ਼ਨ ਪਈ ਸੀ, ਉਸੇ ਤਰ੍ਹਾਂ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਜੋ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤਾ ਸੀ, ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ। ਤਾਂ ਇਸ ਪਟੀਸ਼ਨ ਦੇ ਉੱਪਰ ਹਾਲੇ ਸੁਣਵਾਈ ਹੋਣੀ ਸੀ ਕਿ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਬੀਤੇ ਦਿਨ ਇਹ ਫੈਸਲਾ ਜਿਹੜਾ ਵਾਪਸ ਲੈ ਲਿਆ, ਯਾਨੀ ਕਿ ਜੋ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋਣੀਆਂ ਸੀ 25 ਨਵੰਬਰ ਤੋਂ ਨੂੰ ਜਾਂ 25 ਨਵੰਬਰ ਤੋਂ ਪਹਿਲਾਂ ਤਾਂ ਉਸ ਨੋਟੀਫਿਕੇਸ਼ਨ ਨੂੰ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ। ਹਾਈ ਕੋਰਟ ਦੇ ਵਿੱਚ ਇਹ ਪੂਰਾ ਮਾਮਲਾ ਸੀ। ਦਰਅਸਲ ਕੀ ਹੈ ਕਿ ਜਿਹੜੀਆਂ ਪੰਚਾਇਤ ਸਮਿਤੀ ਜਾਂ ਜ਼ਿਲ੍ਹਾ ਪਰਿਸ਼ਦ ਦਾ 5 ਸਾਲ ਦਾ ਕਾਰਜਕਾਲ ਅਗਲੇ ਸਾਲ ਅਕਤੂਬਰ ਮਹੀਨੇ ਪੂਰਾ ਹੋਣਾ ਸੀ, ਪਰ ਸਰਕਾਰ ਤਕਰੀਬਨ 11 ਮਹੀਨੇ ਪਹਿਲਾਂ ਹੀ ਚੋਣਾਂ ਕਰਵਾਉਣ ਦੀ ਤਿਆਰੀ ਦੇ ਵਿੱਚ ਸੀ। ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਉਸ ਨੋਟੀਫਿਕੇਸ਼ਨ ਨੂੰ ਹੁਣ ਸਰਕਾਰ ਨੇ ਵਾਪਸ ਲੈ ਲਿਆ ਕਿ ਕਿਤੇ ਸਾਨੂੰ ਦੁਬਾਰਾ ਹਾਈ ਕੋਰਟ ਤੋਂ ਫਟਕਾਰ ਨਾ ਪਵੇ, ਜਿਵੇਂ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਪਈ ਸੀ। ਪੰਚਾਇਤਾਂ ਜਦੋਂ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ 10 ਅਗਸਤ ਨੂੰ, ਤਾਂ ਇਹ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਸੀ। ਤਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਫਟਕਾਰ ਲਗਾਈ ਕਿ ਭਾਵਨਾ ਕੀ ਹੈ ਤੁਹਾਡੇ ਕੋਲ, ਕਿਸੇ ਚੁਣੇ ਹੋਏ ਨੁਮਾਇੰਦੇ ਦੀਆਂ ਸ਼ਕਤੀਆਂ ਨੂੰ ਪਹਿਲਾਂ ਹੀ ਖਤਮ ਕਰ ਦੇਣਾ, ਜਦ ਕਿ 5 ਮਹੀਨੇ ਹਲੇ ਕਾਰਜਕਾਲ ਪੰਚਾਇਤਾਂ ਦਾ ਪਿਆ ਹੋਇਆ, ਤੁਸੀਂ ਪਹਿਲਾਂ ਹੀ ਭੰਗ ਕਰ ਦਿੱਤਾ। ਤਾਂ ਹੁਣ ਮੈਂ ਡਿਸੀਜਨ ਤੁਹਾਨੂੰ ਦੱਸਦਾ ਜਿਹੜੇ ਵਾਪਸ ਲਿਆ। ਸਭ ਤੋਂ ਪਹਿਲਾ ਡਿਸੀਜਨ ਜਿਹੜਾ ਸੀ ਉਹ ਪੰਚਾਇਤਾਂ ਭੰਗ ਕਰਨ ਦਾ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ। ਹੁਣ ਦੂਸਰੇ ਨੰਬਰ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਕਰਵਾਉਣ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸਰਕਾਰ ਨੇ, ਉਹ ਵੀ ਵਾਪਸ ਲੈ ਲਿਆ। ਫਿਰ ਅੱਗੇ ਜ਼ਿਲ੍ਹਾ ਪਰਿਸ਼ਦ ਆ ਗਿਆ। ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ 25 ਨਵੰਬਰ ਨੂੰ ਕਰਵਾਈਆਂ ਜਾਣੀਆਂ ਸੀ ਜਾਂ ਉਸ ਤੋਂ ਪਹਿਲਾਂ ਕਰਵਾਉਣੀਆਂ ਸੀ, ਸਰਕਾਰ ਨੇ ਇਹ ਵੀ ਨੋਟੀਫਿਕੇਸ਼ਨ ਵਾਪਸ ਲੈ ਲਿਆ। ਤਾਂ ਇੱਕ ਹੋਰ ਹੈ ਮਾਮਲਾ ਇਸ ਦੇ ਨਾਲ ਹੀ ਜੁੜਿਆ ਹੋਇਆ। 1090 ਪਟਵਾਰੀ ਜੋ ਭਰਤੀ ਹੋਏ ਸੀ, ਨਿਯੁਕਤੀ ਪੱਤਰ ਦਿੱਤੇ ਗਏ ਸੀ ਸੀਐਮ ਵੱਲੋਂ 2022 ਪਿਛਲੇ ਸਾਲ। ਤਾਂ ਉਦੋਂ ਕਿਹਾ ਗਿਆ ਸੀ ਕਿ ਇਹਨਾਂ ਪਟਵਾਰੀਆਂ ਦੀ ਟ੍ਰੇਨਿੰਗ ਜਿਹੜੀ ਹੈ ਉਹ 1 ਸਾਲ ਦੀ ਹੋਏਗੀ, ਯਾਨੀ ਕਿ 9 ਮਹੀਨੇ ਇਹਨਾਂ ਦੀ ਸਕੂਲੀ ਟ੍ਰੇਨਿੰਗ ਹੋਏਗੀ ਤੇ 3 ਮਹੀਨੇ ਜਿਹੜੀ ਆ ਉਹ ਫੀਲਡ ਦੀ ਟ੍ਰੇਨਿੰਗ ਹੋਏਗੀ, ਯਾਨੀ ਕਿ 1 ਸਾਲ 12 ਮਹੀਨੇ ਹੋ ਗਏ। ਪਰ ਜਦੋਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਦਾ ਤਾਂ ਫਿਰ ਸਰਕਾਰ ਨੂੰ ਵਾਪਸ ਆਉਣਾ ਪਿਆ। ਹੁਣ ਉਹੀ ਪਟਵਾਰੀ 1090 ਬੈਚ ਜਿਹੜਾ ਭਰਤੀ ਹੋਇਆ ਸੀ, ਉਹਨਾਂ ਦੇ ਵਿੱਚੋਂ 349 ਦੇ ਕਰੀਬ ਛੱਡ ਚੁੱਕੇ ਹੈ ਤੇ ਹੁਣ ਰਹਿ ਗਏ 741 ਪਟਵਾਰੀ ਜੋ ਹੁਣ 15 ਮਹੀਨੇ ਦੀ ਟ੍ਰੇਨਿੰਗ ਪੂਰੀ ਕਰ ਰਹੇ ਨੇ। ਯਾਨੀ ਕਿ ਸਰਕਾਰ ਨੇ ਜੋ ਕਿਹਾ ਸੀ ਕਿ 1 ਸਾਲ ਦੀ ਟ੍ਰੇਨਿੰਗ ਹੋਏਗੀ, ਉਹ ਨਹੀਂ ਹੋ ਸਕੀ। ਫਿਰ ਇਸ ਤੋਂ ਬਾਅਦ ਜੋ ਰਿਟਾਇਰ ਪਟਵਾਰੀ ਸਰਕਾਰ ਨੇ ਭਰਤੀ ਕੀਤੇ ਦੁਬਾਰਾ ਰੱਖੇ ਸੀ 1 ਸਾਲ ਲਈ, ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਰਿਟਾਇਰ ਪਟਵਾਰੀ ਜਿਹੜੇ ਆ 500 ਪਲੱਸ ਪਟਵਾਰੀ ਹੈ, ਉਹਨਾਂ ਨੂੰ ਕਿਹਾ ਗਿਆ ਸੀ ਕਿ 1 ਸਾਲ ਲਈ ਰੱਖਣਾ ਹੈ ਤੇ 25,000 ਇਹਨਾਂ ਨੂੰ ਤਨਖਾਹ ਦੇਣੀ ਹੈ। ਤਾਂ ਫਿਰ ਠੀਕ 5 ਜਾਂ 6 ਦਿਨਾਂ ਬਾਅਦ ਇੱਕ ਦੁਬਾਰਾ ਨੋਟੀਫਿਕੇਸ਼ਨ ਜਾਂਦਾ ਹੈ, ਯਾਨੀ ਕਿ ਸਰਕਾਰ ਇਸ ਦੇ ਵਿੱਚ ਥੋੜਾ ਬਦਲਾਅ ਕਰਦੀ ਹੈ, ਜਾਂ ਇਹ ਕਹਿ ਲਓ ਕਿ ਇੱਕ ਕਿਸਮ ਦੀ ਬੈਕਫੁੱਟ ਤੇ ਜਾਂਦੀ ਹੈ, ਜਾਂ ਫਿਰ ਪਟਵਾਰੀਆਂ ਨੂੰ ਸਿੱਧਾ ਲਾਭ ਦਿੱਤਾ ਜਾਂਦਾ। ਇਹ ਤੁਸੀਂ ਦੱਸਣਾ ਹੈ, ਕਿਉਂਕਿ ਜਦੋਂ ਪਟਵਾਰੀਆਂ 25,000 ਰਿਟਾਇਰ ਪਟਵਾਰੀਆਂ ਨੂੰ ਰੱਖਣ ਦਾ ਫੈਸਲਾ 25,000 ਸੈਲਰੀ ਤੇ ਰਿਟਾਇਰ ਪਟਵਾਰੀਆਂ ਨੂੰ ਰੱਖਣ ਦਾ ਫੈਸਲਾ ਕੀਤਾ, ਤਾਂ ਉਸ ਤੋਂ ਠੀਕ 5, 6 ਜਾਂ 7 ਦਿਨਾਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਹੋ ਜਾਂਦਾ ਕਿ ਇਹਨਾਂ ਪਟਵਾਰੀਆਂ ਦੀ ਤਨਖਾਹ ਅਸੀਂ 25 ਤੋਂ 35,000 ਕਰ ਦਿੱਤੀ ਹੈ। 1 ਸਾਲ ਹੀ ਰੱਖਣੇ ਸੀ। ਫਿਰ ਸਰਕਾਰ ਨੇ ਇੱਕ ਹੋਰ ਡਿਸੀਜਨ ਲਿਆ, ਇਹਨਾਂ ਦੇ ਕਾਰਜਕਾਲ ਦੇ ਵਿੱਚ 6 ਮਹੀਨੇ ਦਾ ਹੋਰ ਵਾਧਾ ਕਰ ਦਿੱਤਾ। ਹੁਣ ਜਿਹੜੇ ਨਵੇਂ ਪਟਵਾਰੀ ਰੱਖੇ ਹੋਏ ਆ ਉਹ 5,000 ਤਨਖਾਹ ਤੇ ਹੈ, ਜਿਹੜੇ ਰਿਟਾਇਰ ਪਟਵਾਰੀ ਦੁਬਾਰਾ ਲੱਗੇ ਹੋਏ ਨੇ ਉਹ 35,000 ਤੇ ਆਪਣੀਆਂ ਸੇਵਾਵਾਂ ਦੇ ਰਹੇ ਹੈ। ਤਾਂ ਹੁਣ ਸਰਕਾਰ ਬੈਕਫੁੱਟ ਤੇ ਆਈ ਹੈ। ਪੰਚਾਇਤਾਂ ਭੰਗ ਕਰਕੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦਾ ਨੋਟੀਫਿਕੇਸ਼ਨ ਵਾਪਸ ਲੈ ਕੇ, ਫਿਰ ਉਸ ਤੋਂ ਬਾਅਦ ਪੰਚਾਇਤ ਸਮਿਤੀ ਦੇ ਚੋਣਾਂ ਦਾ ਨੋਟੀਫਿਕੇਸ਼ਨ ਵਾਪਸ ਲੈ ਕੇ, ਤਾਂ ਵਿਰੋਧੀ ਸਵਾਲ ਖੜੇ ਕਰ ਰਹੇ ਨੇ।